और ਸਾਰੇ ਆਏ ਹੋਏ ਪੱਤਰਕਾਰ ਬੰਧੂਆਂ ਦਾ ਮੈਂ ਨਮਨ ਕਰਨਾ ਕਿ ਤੁਸੀਂ ਇੰਨੀ ਵੱਡੀ ਗਿਣਤੀ 'ਚ ਇੱਥੇ ਪਧਾਰੇ ਹੋ। ਮੇਰਾ ਤੁਹਾਨੂੰ ਸਭ ਨੂੰ ਨਮਸਕਾਰ। ਸੋ ਜਿਸ ਤਰ੍ਹਾਂ ਦੱਸਿਆ ਗਿਆ ਕਿ 8 ਸਾਲ ਜਿਹੜੇ ਕਿ ਭਾਰਤ ਦੇ ਇਤਿਹਾਸ ਦੇ ਸਵਰਨਿਮ 8 ਸਾਲ ਸੀ। ਮੈਂ ਤੁਹਾਨੂੰ ਪਿਛੋਕੜ ਹੀ ਲੈ ਕੇ ਜਾਣਾ ਕਿ 2014 ਤੋਂ ਪਹਿਲੇ ਦੇਸ਼ ਵਿੱਚ ਇੱਕ ਮੌਨ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਸੀ ਔਰ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਸੀ ਔਰ ਉਸ ਸਮੇਂ ਦੇਸ਼ ਭ੍ਰਿਸ਼ਟਾਚਾਰ ਦੇ ਦੀਮਕ ਨੇ ਦੇਸ਼ ਦੀ ਰੀੜ੍ਹ ਦੀ ਹੱਡੀ ਨੂੰ ਖੋਖਲਾ ਕਰ ਦਿੱਤਾ ਸੀ। 12 ਲੱਖ ਕਰੋੜ ਤੋਂ ਵੱਧ ਦੇ ਕੇਸ ਤੁਹਾਨੂੰ ਯਾਦ ਹੋਏਗਾ ਜਿਹੜੇ ਕਿ ਭ੍ਰਿਸ਼ਟਾਚਾਰ ਦੇ ਇਹਨਾਂ ਦੇ ਮੰਤਰੀਆਂ ਦੇ ਲੱਗੇ ਸੀ ਔਰ ਮੰਤਰੀਆਂ ਤੋਂ ਵੀ ਅੱਧਾ ਮੰਤਰੀ ਮੰਡਲ ਜੇਲ੍ਹ ਯਾਤਰਾ ਕਰ ਆਇਆ ਸੀ। ਦੂਸਰਾ, ਦੇਸ਼ ਵਿੱਚ ਅਰਾਜਕਤਾ ਦਾ ਮਾਹੌਲ ਤਾਂ ਸੀ ਹੀ, ਆਰਥਿਕ ਤੌਰ 'ਤੇ ਵੀ ਦੇਸ਼ ਜਿਹੜਾ ਸੀ ਉਹ ਬਰਬਾਦੀ ਦੇ ਕਗਾਰ 'ਤੇ ਖੜ੍ਹਾ ਸੀ ਔਰ ਵਿਦੇਸ਼ਾਂ ਵਿੱਚ ਵੀ ਦੇਸ਼ ਦੀ ਸਾਖ ਬਹੁਤ ਡਿੱਗ ਚੁੱਕੀ ਸੀ। ਸੋ ਐਸੇ ਸਮੇਂ ਭਾਰਤੀ ਜਨਤਾ ਪਾਰਟੀ ਨੇ ਇੱਕ ਤਪਸਵੀ, ਇੱਕ ਯਸ਼ਸਵੀ, ਇੱਕ ਓਜਸਵੀ ਨੇਤਾ ਜੋ ਕਿ ਗੁਜਰਾਤ ਦੇ 4 ਵਾਰ ਮੁੱਖ ਮੰਤਰੀ ਰਹੇ ਸ਼੍ਰੀ ਨਰਿੰਦਰ ਮੋਦੀ ਜੀ, ਉਹਨਾਂ ਨੂੰ ਦੇਸ਼ ਦੀ ਬਾਗਡੋਰ ਸੌਂਪਣ ਦਾ ਫੈਸਲਾ ਕੀਤਾ। ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰੋਜੈਕਟ ਕੀਤਾ ਔਰ ਦੇਸ਼ ਨੇ ਵੀ ਉਹਨਾਂ 'ਤੇ ਪੂਰਾ ਵਿਸ਼ਵਾਸ ਕਰਦੇ ਹੋਏ ਦਸ਼ਕਾਂ ਤੋਂ ਬਾਅਦ ਇੱਕ ਪੂਰਨ ਬਹੁਮਤ ਦੀ ਸਰਕਾਰ ਜਿਹੜੀ ਹੈ ਉਹ ਸਾਡੇ ਦੇਸ਼ ਦੇ ਵਿੱਚ ਬਣੀ ਔਰ ਪ੍ਰਧਾਨ ਮੰਤਰੀ ਮੋਦੀ ਜੀ ਦੇਸ਼ ਦੇ ਵਿੱਚ ਆਪਣੇ ਉਸ ਦਾਇਿਤਵ ਦੇ ਉੱਤੇ ਸਥਾਪਿਤ ਹੋਏ ਔਰ ਉਹ ਇੱਕ ਐਸੇ ਪ੍ਰਧਾਨ ਮੰਤਰੀ ਬਣੇ ਜਿਨ੍ਹਾਂ ਨੇ ਪਹਿਲੇ ਦਿਨ ਹੀ ਇੱਕ ਵਿਲੱਖਣ ਗੱਲ ਕੀਤੀ ਕਿ ਜਦੋਂ ਉਹ ਲੋਕ ਸਭਾ ਦੇ ਵਿੱਚ ਐਂਟਰ ਹੋ ਰਹੇ ਸੀ ਤਾਂ ਉਹਨਾਂ ਨੇ ਮੱਥਾ ਟੇਕ ਕੇ ਇਹ ਵਚਨ ਦਿੱਤਾ ਇਹ ਦੇਸ਼ ਨਹੀਂ ਝੁਕਨੇ ਦੂੰਗਾ, ਇਹ ਦੇਸ਼ ਨਹੀਂ ਮਿਟਨੇ ਦੂੰਗਾ ਔਰ ਨਾ ਭ੍ਰਿਸ਼ਟਾਚਾਰ ਕਰੂੰਗਾ ਨਾ ਭ੍ਰਿਸ਼ਟਾਚਾਰ ਕਰਨੇ ਦੂੰਗਾ। ਸੋ ਇਹ ਵਾਅਦਾ ਕਰਕੇ, ਕਿਉਂਕਿ ਮੈਂ ਤੁਹਾਨੂੰ ਡਿਟੇਲ ਸਾਰੀ ਦੇ ਦਿੱਤੀ ਹੈ, ਡਿਟੇਲ ਦੇ ਵਿੱਚ ਨਹੀਂ, ਮੈਂ ਤੁਹਾਨੂੰ ਮੁੱਦਿਆਂ ਦੇ ਉੱਤੇ ਆਵਾਂਗਾ। ਡਿਟੇਲ ਤੁਸੀਂ ਸਾਰੀ ਇੱਥੋਂ ਪੜ੍ਹ ਸਕਦੇ ਹੋ ਜੋ ਉਹਨਾਂ ਦੀ ਉਪਲਬਧੀਆਂ, ਕਿਤਾਬਾਂ ਲਿਖੀਆਂ ਗਈਆਂ ਉਪਲਬਧੀਆਂ ਦੇ ਉੱਤੇ। ਸੋ ਭ੍ਰਿਸ਼ਟਾਚਾਰ ਜਿਹੜਾ ਕਿ ਉਸ ਵੇਲੇ ਦਾ ਮੇਨ ਮੁੱਦਾ ਸੀ, ਉਹਦੇ 'ਤੇ ਸਭ ਤੋਂ ਪਹਿਲੇ ਚੋਟ ਪਹੁੰਚਾਈ ਔਰ ਨੋਟਬੰਦੀ ਦਾ ਜਿਹੜਾ ਨਿਰਣੇ ਲਿਆ ਉਹਦੇ ਨਾਲ ਜਿਹੜਾ ਲੱਖਾਂ ਕਰੋੜ ਰੁਪਇਆ ਦਬਾ ਕੇ ਕਈ ਪੂੰਜੀਵਾਦੀ ਬੈਠੇ ਸੀਗੇ ਉਹ ਦੇਸ਼ ਦੇ ਸਾਹਮਣੇ ਉਜਾਗਰ ਕੀਤਾ। ਉਹ ਨੋਟਬੰਦੀ ਦਾ ਨਿਰਣੇ ਸੀ ਜਿੱਥੋਂ ਇੱਕ ਨਵੇਂ ਇਤਿਹਾਸ ਦੀ ਸ਼ੁਰੂਆਤ ਹੋਈ। ਕਾਂਗਰਸੀ ਵਿਰੋਧ ਕਰਦੇ ਰਹੇ ਔਰ ਮੋਦੀ ਜੀ ਹਰ ਕਦਮ ਸਫਲਤਾ ਪ੍ਰਾਪਤ ਕਰਦੇ ਰਹੇ। ਉਸ ਤੋਂ ਬਾਅਦ ਵਨ ਨੇਸ਼ਨ ਵਨ ਟੈਕਸ ਬੜਾ ਮੁਸ਼ਕਿਲ ਹੁੰਦਾ ਸੀ। ਇਹ ਵਪਾਰੀਆਂ ਦੀ ਸਿਟੀ ਹੈ, ਜਗਮੋਹਨ ਜੀ ਵੀ ਬੈਠੇ ਨੇ ਇੱਥੇ, ਕਿ ਵਪਾਰੀਆਂ ਨੂੰ ਇਹ ਦਿੱਕਤ ਆਉਂਦੀ ਸੀ ਕਿ ਪੰਜਾਬ ਵਿੱਚ ਟੈਕਸ ਕੁਛ, ਹਰਿਆਣੇ 'ਚ ਕੁਛ, ਦਿੱਲੀ 'ਚ ਕੁਛ। ਸੋ ਪੰਜਾਬ ਦੇ ਉਦਯੋਗ ਨੂੰ ਖਾਸ ਕਰ ਦਿੱਕਤ ਸੀ, ਕਿਉਂਕਿ ਮੈਂ ਪੰਜਾਬ ਵਿੱਚ ਬੈਠਾ, ਪੰਜਾਬ ਦੀ ਵਿਸ਼ੇਸ਼ ਗੱਲ ਕਰਾਂਗਾ। ਸੋ ਵਨ ਨੇਸ਼ਨ ਵਨ ਟੈਕਸ ਲੱਗਣ ਦੇ ਨਾਲ GST ਕੋਈ ਬੈਰੀਅਰ ਨਹੀਂ, ਕੋਈ ਕੁਛ ਨਹੀਂ। ਜਿਸ ਟਰੱਕ ਨੂੰ ਪੰਜਾਬ ਪਹੁੰਚਦਿਆਂ 10 ਦਿਨ ਲੱਗਦੇ ਸੀ ਉਹ ਟਰੱਕ ਹੁਣ 2 ਦਿਨ ਦੇ ਵਿੱਚ ਪੰਜਾਬ ਆ ਜਾਂਦਾ। ਕੋਈ ਬੈਰੀਅਰ ਨਹੀਂ, ਕਿਤੇ ਦਾ ਰੋਕ ਨਹੀਂ ਔਰ ਬੜਾ ਖੁਸ਼ੀ ਦੇ ਨਾਲ ਲੋਕਾਂ ਨੇ ਇਸ ਟੈਕਸ ਨੂੰ ਅਸੈਪਟ ਕੀਤਾ। ਤੀਸਰਾ, ਭ੍ਰਿਸ਼ਟਾਚਾਰ 'ਤੇ ਚੋਟ ਕੀਤੀ ਬੇਨਾਮੀ ਪ੍ਰਾਪਰਟੀ, ਜਿਹੜੇ ਕਿ ਕੁਛ ਰਾਜਨੇਤਾ ਵੀ ਸੀਗੇ, ਵਪਾਰੀ ਵੀ ਸੀਗੇ, ਹਰ ਵਰਗ ਦੇ ਲੋਕ ਸੀਗੇ ਜਿਹੜੇ ਕਿ ਬੇਨਾਮੀ ਪ੍ਰਾਪਰਟੀਆਂ ਬਣਾ ਲੈਂਦੇ ਸੀ ਔਰ ਉਹਦੇ ਵਿੱਚ ਲਾਲੂ ਪ੍ਰਸਾਦ ਯਾਦਵ ਤੁਹਾਨੂੰ ਪਤਾ ਜੇਲ੍ਹ ਵਿੱਚ ਵੀ ਨੇ। ਅਤੇ ਉਹ ਬੇਨਾਮੀ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਉਜਾਗਰ ਕਰਨ ਲਈ ਐਕਟ ਬਣਾਇਆ ਕਿ ਜੇ ਪ੍ਰਾਪਰਟੀ ਬੇਨਾਮੀ ਹੋਏਗੀ ਤਾਂ ਉਹਦੀ ਮਾਲਕ ਸਰਕਾਰ ਹੋਏਗੀ। ਸੋ ਇੱਥੋਂ ਉਸ ਤਪਸਵੀ ਨੇ ਸ਼ੁਰੂਆਤ ਕੀਤੀ ਔਰ ਭ੍ਰਿਸ਼ਟਾਚਾਰ ਨੂੰ ਇੱਕ ਕੜਾ ਤਮਾਚਾ ਮਾਰਿਆ। ਔਰ ਸਭ ਤੋਂ ਵੱਡੀ ਉਪਲਬਧੀ ਇਹ ਹੈ ਕਿ ਅੱਜ ਭਾਰਤੀ ਜਨਤਾ ਪਾਰਟੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ। ਸਭ ਤੋਂ ਵੱਧ ਸਾਂਸਦ ਨੇ, ਸਭ ਤੋਂ ਵੱਧ ਵਿਧਾਇਕ ਨੇ, ਸਭ ਤੋਂ ਵੱਧ ਮੇਅਰ ਨੇ, ਸਭ ਤੋਂ ਵੱਧ ਸਰਪੰਚ ਨੇ, ਸਭ ਤੋਂ ਵੱਧ ਪੰਚ ਨੇ ਔਰ ਭ੍ਰਿਸ਼ਟਾਚਾਰ ਦਾ ਕੋਈ ਆਰੋਪ ਨਹੀਂ। ਇਹ ਕਿੱਡੀ ਵੱਡੀ ਉਪਲਬਧੀ ਹੈ ਆਪਣੇ ਆਪ ਵਿੱਚ, ਇਹ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ। ਉਸ ਤੋਂ ਬਾਅਦ ਆਯੁਸ਼ਮਾਨ ਯੋਜਨਾ, ਇੱਕ ਐਸੀ ਯੋਜਨਾ ਕਿ ਜਿਹਦੇ ਬਾਰੇ ਕੋਈ ਸੁਪਨਾ ਵੀ ਨਹੀਂ ਸੀ ਲੈ ਸਕਦਾ ਕਿ ਗਰੀਬ ਜਿਹੜਾ ਸੀ ਜਦੋਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਸੀ ਤਾਂ ਉਹਦੇ ਪਰਿਵਾਰ ਦੇ ਲੋਕ ਜਿਹੜੇ ਸੀ ਉਹ ਇਹੀ ਸੋਚਦੇ ਸੀ ਕਿ ਹੁਣ ਦਿਨ ਪੂਰੇ ਕਰਨੇ ਪੈਣੇ ਆ, ਪੈਸੇ ਹੈ ਨਹੀਂ, ਇਲਾਜ ਕਰਾ ਨਹੀਂ ਸਕਦੇ। ਸਭ ਤੋਂ ਵੱਡੀ ਹੈਲਥ ਯੋਜਨਾ ਜੇ ਕੋਈ ਆਈ ਦੁਨੀਆ ਹੀ ਤਾਂ ਓਬਾਮਾ ਦੀ ਸੀ। ਉਹ 10 ਕਰੋੜ ਲੋਕਾਂ ਨੂੰ ਕਵਰ ਕੀਤਾ ਸੀ, ਓਬਾਮਾ ਹੈਲਥ ਕੇਅਰ।
ਉਹਨੂੰ ਯੋਜਨਾ ਦਾ ਨਾਂ ਸੀ। ਔਰ ਉਸ ਤੋਂ ਵੀ ਵੱਡੀ ਜਿਹੜੀ ਯੋਜਨਾ ਦਿੱਤੀ ਉਹ ਮੋਦੀ ਜੀ ਨੇ ਦਿੱਤੀ। 50 ਕਰੋੜ ਲੋਕਾਂ ਨੂੰ ਦੇਸ਼ ਦੇ ਕਵਰ ਦਿੱਤਾ। 5 ਲੱਖ ਰੁਪਏ ਦਾ ਆਯੁਸ਼ਮਾਨ ਦਾ ਯੋਜਨਾ ਦਾ 3.2 ਕਰੋੜ ਲੋਕ ਉਹਦਾ ਲਾਭ ਲੈ ਚੁੱਕੇ ਨੇ ਹੁਣ ਤੱਕ। ਇਹ ਫੈਕਟ ਔਰ ਫਿਗਰ ਜਿਹੜੇ ਨੇ ਉਹ ਬੋਲ ਰਹੇ ਨੇ। ਉਸ ਤੋਂ ਬਾਅਦ ਗਰੀਬ ਕਲਿਆਣ ਯੋਜਨਾ, ਸਾਡੇ 'ਤੇ ਕੋਵਿਡ ਦੇ ਬੜਾ ਵੱਡਾ ਕਰੋਨਾ ਦਾ ਹਮਲਾ ਹੋਇਆ। ਸਾਨੂੰ ਪਤਾ ਹੈ ਕਿ ਅਸੀਂ ਉਹ ਕਰੋਨਾ ਦੇ ਹਮਲੇ ਵੇਲੇ ਜਿੰਨੀ ਦੂਰਦਰਸ਼ਤਾ ਦੇ ਨਾਲ ਮੋਦੀ ਜੀ ਨੇ ਉਸ ਕਰੋਨਾ ਨੂੰ ਪਛਾੜਿਆ, ਚਾਹੇ ਉਹ ਵੈਕਸੀਨੇਸ਼ਨ ਹੋਏ, ਚਾਹੇ ਉਹ ਲੋਕਾਂ ਨੂੰ ਰਾਸ਼ਨ ਦੇਣ ਦਾ ਕੰਮ ਹੋਏ। 88 ਕਰੋੜ ਲੋਕਾਂ ਨੂੰ ਰਾਸ਼ਨ ਨਿਰੰਤਰ ਦਿੱਤਾ ਜਾ ਰਿਹਾ ਹੈ। ਇਹ ਕੋਈ ਛੋਟੀ ਗੱਲ ਨਹੀਂ ਹੈ। 5 ਕਿਲੋ ਕਣਕ ਜਾਂ ਚਾਵਲ ਔਰ 1 ਕਿਲੋ ਦਾਲ ਜਿਹੜੀ ਹੈ ਨਿਰੰਤਰ 88 ਕਰੋੜ ਲੋਕ ਜਿਹੜੇ ਨੇ ਉਹਨਾਂ ਨੂੰ ਮਿਲ ਰਹੀ ਹੈ। ਉਸ ਤੋਂ ਬਾਅਦ ਆਵਾਸ ਯੋਜਨਾ, ਕਿ ਗਰੀਬਾਂ ਕੋਲ ਆਵਾਸ ਨਹੀਂ ਸੀ, ਸੋ ਉਹਨਾਂ ਨੂੰ ਛੱਤ ਦੇਣ ਦੇ ਲਈ 1.22 ਕਰੋੜ ਆਵਾਸ, ਇਹ ਕੋਈ ਛੋਟੀ ਗੱਲ ਨਹੀਂ, ਬੜੀ ਵੱਡੀ ਫਿਗਰ ਹੈ। 1.22 ਕਰੋੜ ਆਵਾਸ ਜਿਹੜੇ ਨੇ ਉਹ ਹੁਣ ਤੱਕ ਬਣ ਚੁੱਕੇ ਨੇ। ਉਸ ਤੋਂ ਬਾਅਦ ਸ਼ੌਚਾਲੇ, ਬੜਾ ਦੁੱਖ ਹੁੰਦਾ ਸੀ ਕਿ ਜਿਸ ਵੇਲੇ ਮਾਤਾਵਾਂ ਭੈਣਾਂ ਨੂੰ ਖੁੱਲ੍ਹੇਆਮ ਸ਼ੌਚ ਲਈ ਜਾਣਾ ਪੈਂਦਾ ਸੀ, ਉਹ ਸਾਡੇ ਸਭ ਦੇ ਲਈ ਬੜੀ ਸ਼ਰਮ ਦੀ ਗੱਲ ਸੀ। ਦੇਸ਼ ਦੇ ਲਈ ਵੀ, ਦੇਸ਼ ਦਾ ਸਿਰ ਝੁਕ ਜਾਂਦਾ ਸੀ ਜਿਸ ਵੇਲੇ ਕੋਈ ਵਿਦੇਸ਼ਾਂ 'ਚੋਂ ਆਉਂਦਾ ਸੀ। ਸੋ ਉਹਦੇ ਲਈ ਅੱਜ 11.22 ਕਰੋੜ ਸ਼ੌਚਾਲੇ ਜਿਹੜੇ ਨੇ ਉਹ ਬਣ ਚੁੱਕੇ ਨੇ। ਇਸ ਤੋਂ ਬਾਅਦ ਇੱਕ ਯੋਜਨਾ ਜਿਹੜੀ ਹੁਣ ਸ਼ੁਰੂ ਕੀਤੀ 3 ਸਾਲ ਪਹਿਲੇ, ਘਰ ਘਰ ਨਲ, ਕਿ ਹਰ ਘਰ ਦੇ ਵਿੱਚ ਸ਼ੁੱਧ ਪਾਣੀ ਦੇਣਾ ਤਾਂ ਕਿ ਲੋਕ ਪਾਣੀ ਦੇ ਕਾਰਨ ਬਿਮਾਰੀਆਂ, ਗੰਦੇ ਪਾਣੀ ਦੇ ਕਾਰਨ ਬਿਮਾਰੀਆਂ ਦਾ ਸ਼ਿਕਾਰ ਨਾ ਹੋ ਜਾਣ। 3.2 ਕਰੋੜ ਘਰਾਂ 'ਚ 3 ਸਾਲ ਦੇ ਵਿੱਚ ਜੋ ਨਲ ਹੈ, ਪਾਣੀ ਦਾ ਸ਼ੁੱਧ ਪਾਣੀ ਦਾ ਨਲ ਹੈ, ਉਹ ਪਹੁੰਚਾ ਦਿੱਤਾ ਗਿਆ ਹੈ। ਇਹਦੇ ਇਲਾਵਾ 15 ਏਮਜ਼ ਔਰ 200 ਮੈਡੀਕਲ ਕਾਲਜ ਜਿਹੜਾ ਹੈ ਉਹ ਦੇਸ਼ ਨੂੰ ਮਿਲ ਚੁੱਕੇ ਨੇ। ਏਮਜ਼ ਤਾਂ ਕੇਵਲ ਸੁਪਨਿਆਂ 'ਚ ਹੁੰਦਾ ਸੀ, ਹੁਣ ਹਰ ਪ੍ਰਦੇਸ਼ ਵਿੱਚ, ਸਾਡੇ ਵੀ, ਮੈਂ ਡਾਇਰੈਕਟਰ ਰਿਹਾ ਏਮਜ਼ ਦਾ। ਏਮਜ਼ ਜਿਹੜਾ ਬਠਿੰਡਾ ਹੈ ਉਹਦੇ ਵਿੱਚ ਐਡਮਿਨਿਸਟ੍ਰੇਟਿਵ ਮੈਂਬਰ ਸੀ ਮੈਂ। ਭਾਰਤ ਸਰਕਾਰ ਨੇ ਮੈਨੂੰ ਉੱਥੇ ਇਹ ਮਾਣ ਬਖਸ਼ਿਆ ਸੀਗਾ। ਉਹ ਏਮਜ਼ ਇਸ ਵੇਲੇ ਬੜਾ ਸਕਸੈਸਫੁਲੀ ਜਿਹੜਾ ਉਹ ਕੰਮ ਕਰ ਰਿਹਾ ਹੈ। IIM ਵੀ ਹੈ ਅੰਮ੍ਰਿਤਸਰ ਦੇ ਵਿੱਚ, IIT ਵੀ ਖੁੱਲ੍ਹ ਗਿਆ, ਸੈਂਟਰਲ ਯੂਨੀਵਰਸਿਟੀ ਵੀ ਖੁੱਲ੍ਹ ਗਈ। ਸੋ ਇਹ ਬਹੁਤ ਵੱਡੀ ਜਿਹੜੀ ਹੈ ਸਾਡੀ ਉਹਦੇ ਵਿੱਚ ਉਪਲਬਧੀ ਹੈ। ਉਸ ਤੋਂ ਬਾਅਦ ਯੁਵਾ ਦੇ ਲਈ, ਕਿ ਯੁਵਾ ਬੇਰੁਜ਼ਗਾਰ ਸੀ, ਯੁਵਾ ਸਭ ਤੋਂ ਵੱਡੀ, ਅੱਜ ਕਰੋੜਾਂ ਯੁਵਾ ਜਿਹੜੇ ਨੇ ਉਹਨਾਂ ਨੂੰ ਰੁਜ਼ਗਾਰ ਮਿਲਿਆ। ਸਟਾਰਟਅਪ ਇੰਡੀਆ, ਸਟੈਂਡਅਪ ਇੰਡੀਆ, ਉਸ ਤੋਂ ਬਾਅਦ ਸਕਿੱਲ ਇੰਡੀਆ ਔਰ ਮੁਦਰਾ ਕੋਸ਼। ਸਕਿੱਲ ਇੰਡੀਆ ਦਾ ਮਤਲਬ ਹੈ ਕਿ ਬੜਾ ਇੱਕ ਫਿਗਰ ਮੈਂ ਤੁਹਾਨੂੰ ਦੇ ਰਿਹਾ ਕਿ ਮੋਦੀ ਜੀ ਦੇ ਆਉਣ ਤੋਂ ਪਹਿਲੇ ਸਕਿੱਲਡ ਲੋਕ, ਜਿਸ ਤਰ੍ਹਾਂ ਲੁਧਿਆਣੇ ਨੂੰ ਸਕਿੱਲਡ ਲੇਬਰ ਚਾਹੀਦੀ ਹੈ, ਯੂਰਪ ਦੇ ਵਿੱਚ ਇਹ ਫਿਗਰ ਸਕਿੱਲਡ ਮੀਨਸ ਜਿਨ੍ਹਾਂ ਨੂੰ ਕੰਮ ਦੇ ਬਾਰੇ ਜਾਣਕਾਰੀ ਹੋਏ, 80% ਤੋਂ ਵੱਧ ਸਕਿੱਲਡ ਲੇਬਰ ਸੀਗੀ। ਜਦ ਕਿ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ 3.2 ਕਰੋੜ% ਸੀ। ਸੋ ਉਹ ਸਕਿੱਲ ਲੋਕਾਂ ਨੂੰ ਦੇਣ ਲਈ ਉਹਨਾਂ ਨੇ ਸਕਿੱਲ ਸੈਂਟਰ ਖੋਲ੍ਹੇ, ਜਿਹਦੇ ਨਾਲ ਕਿ ਅੱਜ ਸਕਿੱਲਡ ਲੇਬਰ ਜਿਹੜੀ ਹੈ ਇੰਡਸਟਰੀ ਨੂੰ ਮਿਲ ਰਹੀ ਹੈ। ਉਜਵਲਾ ਯੋਜਨਾ, ਸਾਡੀਆਂ ਭੈਣਾਂ, ਉਹਨਾਂ ਦੇ ਫੇਫੜੇ ਖਰਾਬ ਹੋ ਜਾਂਦੇ ਸੀ ਚੁੱਲ੍ਹੇ ਫੂਕ ਕੇ, ਔਰ ਅੱਜ 54 ਕਰੋੜ ਦੇ ਕਰੀਬ ਜਿਹੜੇ ਨੇ ਉਹ ਉਜਵਲਾ ਯੋਜਨਾ ਦੇ ਕਨੈਕਸ਼ਨ ਜਿਹੜੇ ਨੇ ਦਿੱਤੇ ਗਏ ਨੇ। ਸੜਕ ਜਿਹੜੀ ਕਿ ਬਹੁਤ ਵਿਕਾਸ ਦੀ ਜੰਨੀ ਹੈ, ਜਿੱਥੇ ਸੜਕ ਹੈ ਉੱਥੇ ਵਿਕਾਸ ਹੈ। ਕਾਂਗਰਸ ਰਾਜ ਦੇ ਇਹ ਆંકੜੇ ਬੋਲ ਰਹੇ ਨੇ, ਕਾਂਗਰਸ ਰਾਜ ਵਿੱਚ 12 ਕਿਲੋਮੀਟਰ ਸੜਕ ਰੋਜ਼ ਬਣਦੀ ਸੀ। ਅੱਜ ਸਾਡੇ ਇਸ ਸੁਸ਼ਾਸਨ ਵਿੱਚ, ਜੋ ਮੋਦੀ ਜੀ ਦਾ ਸੁਸ਼ਾਸਨ ਹੈ, 37 ਕਿਲੋਮੀਟਰ ਸੜਕ ਜਿਹੜੀ ਹੈ ਉਹ ਬਣ ਰਹੀ ਹੈ। ਇਹਦੇ ਇਲਾਵਾ ਜੋ ਵੱਡੇ ਫੈਸਲੇ ਕੀਤੇ, ਫੈਸਲਿਆਂ ਦੀ ਸਰਕਾਰ ਜੋ ਕਾਂਗਰਸ ਨਹੀਂ ਕਰ ਸਕੀ, ਉਹਦੇ ਵਿੱਚ ਜੋ 370 ਧਾਰਾ ਨੇ ਜੰਮੂ ਕਸ਼ਮੀਰ ਦੇ ਵਿੱਚ 35 ਏ ਔਰ 370 ਧਾਰਾ ਨੇ ਜੰਮੂ ਕਸ਼ਮੀਰ ਪ੍ਰਤੱਖਤਾਵਾਦੀ ਔਰ ਆਤੰਕਵਾਦੀਆਂ ਨੂੰ ਸ਼ਹਿ ਮਿਲੀ, ਔਰ ਉਹ ਪੰਡਿਤ ਨਹਿਰੂ ਜੀ ਨੇ ਉਸ ਵੇਲੇ ਇਹ ਧਾਰਾ ਲਾ ਕੇ ਦੇਸ਼ ਦੇ ਨਾਲ ਇੱਕ ਬਹੁਤ ਵੱਡਾ, ਮੈਂ ਸਮਝਦਾ ਕਿ ਨੁਕਸਾਨ ਹੋ ਗਿਆ ਸਾਡਾ, ਕਿ ਲੱਖਾਂ ਜਾਨਾਂ ਜਿਹੜੀਆਂ ਨੇ ਕੁਰਬਾਨ ਹੋ ਗਈਆਂ ਆਤੰਕਵਾਦੀਆਂ ਦੇ ਹੱਥੋਂ, ਪਾਕਿਸਤਾਨ ਦੇ ਭੇਜੇ ISI ਦੇ ਏਜੰਟਾਂ ਦੇ ਹੱਥੋਂ। ਸੋ ਇਹ ਧਾਰਾ ਢਾਹ ਕੇ ਉਹਨਾਂ ਨੂੰ ਦੇਸ਼ ਦੇ ਨਾਲ ਜੋੜਿਆ। ਔਰ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਜਿਨ੍ਹਾਂ ਨੇ ਆਪਣਾ ਜੀਵਨ ਇਹਦੇ ਲਈ ਸਮਰਪਿਤ ਕਰਤਾ ਸੀ ਕਿ ਮੈਂ ਅਲੱਗ ਸੰਵਿਧਾਨ, ਅਲੱਗ ਵਿਧਾਨ, ਅਲੱਗ ਪ੍ਰਧਾਨ ਨਹੀਂ ਮੰਨਾਂਗਾ, ਉਹਨਾਂ ਦਾ ਅੱਜ ਮੋਹਰ ਲੱਗੀ, ਉਹਨਾਂ ਦੀ ਸ਼ਹਾਦਤ
ਨੂੰ ਇੱਕ ਸ਼ਰਧਾਂਜਲੀ ਦਿੱਤੀ ਤੇ ਉਹ ਨਰਿੰਦਰ ਮੋਦੀ ਜੀ ਔਰ ਅਮਿਤ ਸ਼ਾਹ ਜੀ ਨੇ ਦਿੱਤੀ। ਇਸ ਤੋਂ ਬਾਅਦ ਟ੍ਰਿਪਲ ਤਲਾਕ, ਜਿਹੜੀਆਂ ਮੁਸਲਿਮ ਮਹਿਲਾਵਾਂ ਸੀ, ਸਾਡੀਆਂ ਭੈਣਾਂ ਸੀ, ਉਹਨਾਂ ਨੂੰ ਬੜਾ ਵੱਡਾ ਸ਼ੋਸ਼ਣ ਜਿਹੜਾ ਸੀ ਉਹ ਟ੍ਰਿਪਲ ਤਲਾਕ ਵਿੱਚ ਜਿਹੜਾ ਫੇਸ ਕਰਨਾ ਪੈਂਦਾ ਸੀ। ਮੈਂ ਇਹ ਜਿਹੜੇ ਵੀ ਐਕਟ ਪਾਸ ਹੋਏ, ਮੈਂ ਉਸ ਵੇਲੇ ਸੰਸਦ ਵਿੱਚ ਸੀ, ਮੈਨੂੰ ਇਹ ਲਾਭ ਮਿਲਿਆ ਕਿ ਮੈਂ ਸੰਸਦ ਦੇ ਵਿੱਚ ਇਹ ਸਾਰਾ ਨਜ਼ਾਰਾ ਵੀ ਦੇਖਿਆ ਔਰ ਇਹਦੇ ਲਈ ਵੋਟ ਵੀ ਕੀਤਾ। ਟ੍ਰਿਪਲ ਤਲਾਕ ਦੀ ਉਹ ਜਿਹੜੀ ਇੱਕ ਸੋਸ਼ਲ ਈਵਲ ਸੀ ਉਹਨੂੰ ਖਤਮ ਕੀਤਾ। ਉਸ ਤੋਂ ਬਾਅਦ ਰਾਮ ਮੰਦਰ 500 ਸਾਲ ਤੋਂ ਵੱਧ ਸਾਡੀ ਇਹ ਇੱਛਾ ਸੀ ਕਿ ਜਿੱਥੇ ਬਾਬਰੀ ਮਸਜਿਦ ਬਣਾ ਦਿੱਤੀ ਗਈ, ਢਾਹ ਕੇ ਬਾਬਰ ਨੇ, ਉੱਥੇ ਰਾਮ ਮੰਦਰ ਸੀ ਔਰ ਰਾਮ ਜੀ ਦੇ ਜਨਮ ਸਥਾਨ 'ਤੇ ਭਵਯ ਰਾਮ ਮੰਦਰ ਦਾ ਨਿਰਮਾਣ ਅੱਜ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਕਰ ਰਹੀ ਹੈ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਮੋਦੀ ਜੀ ਦੀਆਂ ਉਪਲਬਧੀਆਂ ਦੀ ਝੜੀ ਲੱਗੀ ਹੈ। ਕੋਈ ਐਸਾ ਪ੍ਰਧਾਨ ਮੰਤਰੀ ਨਹੀਂ ਰਿਹਾ ਜਿਹਦੀਆਂ ਇੰਨੀਆਂ ਉਪਲਬਧੀਆਂ ਹੋਣ ਪੰਜਾਬ ਦੇ ਵਿੱਚ। ਸਭ ਤੋਂ ਪਹਿਲੇ 84 ਦੇ ਵਿੱਚ ਜਿਹੜੇ ਦੰਗੇ ਹੋਏ ਔਰ ਇੱਕ ਪੂਰਵ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਨੇ ਕਿਹਾ ਸੀ ਕਿ ਜਦੋਂ ਵੱਡਾ ਪੇੜ ਡਿੱਗਦਾ ਹੈ ਤੇ ਧਰਤੀ ਕੰਬਦੀ ਹੈ, ਉਹਦੇ ਵਿੱਚ ਨਿਰਦੋਸ਼ ਸਿੱਖਾਂ ਦੇ ਗਲੇ ਟਾਇਰ ਪਾ ਕੇ ਉਹਨਾਂ ਨੂੰ ਜਲਾ ਦਿੱਤਾ ਗਿਆ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਹਦਾ ਜਿਹੜਾ ਸਜ਼ਾ ਕਾਂਗਰਸੀ ਨੇਤਾਵਾਂ ਨੂੰ ਦਵਾਈ ਉਹ ਮੋਦੀ ਜੀ ਨੇ ਦਵਾਈ। 5 ਲੱਖ ਰੁਪਏ ਦਾ ਮੁਆਵਜ਼ਾ ਵੀ ਦਿੱਤਾ। ਉਸ ਤੋਂ ਬਾਅਦ ਕਰਤਾਰਪੁਰ ਸਾਹਿਬ ਦਾ ਗਲਿਆਰਾ, ਜਿਹੜਾ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਲਈ, ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਲਈ ਇਹ ਮੰਗ ਜਿਹੜੀ ਸੀ ਆਜ਼ਾਦੀ ਤੋਂ ਚੱਲੀ ਆ ਰਹੀ ਸੀ, ਸੋ ਉਹ ਮੰਗ ਨੂੰ ਪੂਰਾ ਕੀਤਾ ਤੇ ਮੋਦੀ ਸਾਹਿਬ ਨੇ ਪੂਰਾ ਕੀਤਾ। ਗੁਰੂ ਨਾਨਕ ਸਾਹਿਬ ਦੇ ਜੋ 550 ਸਾਲਾ ਜਨਮ ਦਿਹਾੜੇ ਸੀਗੇ, ਉਹਨਾਂ ਨੂੰ ਧੂਮ-ਧਾਮ ਨਾਲ ਮਨਾਇਆ। ਮੈਂ ਡਿਟੇਲ ਵਿੱਚ ਨਹੀਂ ਜਾਵਾਂਗਾ, ਅਸੀਂ ਸਾਰੇ ਸੁਣ ਚੁੱਕੇ ਹਾਂ ਕਿ ਉੱਥੇ ਸਮਾਰਟ ਸਿਟੀ ਬਣਾਇਆ ਗੋਇੰਦਵਾਲ ਸਾਹਿਬ ਨੂੰ ਔਰ ਪੂਰੀ ਤਰ੍ਹਾਂ ਦੇ ਨਾਲ ਇਹ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਰਹੇ ਔਰ ਉਹਨਾਂ ਦੀ ਜਿਹੜੀ ਆ ਬਾਣੀ ਸੀ ਉਹ ਸਾਰੀਆਂ ਦੁਨੀਆ ਦੀਆਂ ਲੈਂਗੁਏਜਿਸ ਦੇ ਵਿੱਚ ਟਰਾਂਸਲੇਟ ਕਰਵਾਈ। ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਦਿਹਾੜੇ ਬੜੇ ਧੂਮ-ਧਾਮ ਨਾਲ ਮਨਾਏ ਗਏ। ਇਸੇ ਤਰ੍ਹਾਂ ਲੰਗਰ ਤੋਂ ਦਰਬਾਰ ਸਾਹਿਬ ਦਾ ਲੰਗਰ ਔਰ ਹੋਰ ਧਾਰਮਿਕ ਸਥਾਨਾਂ ਦਾ ਲੰਗਰ ਦੀ GST ਤੋਂ ਮੁਕਤ ਕੀਤਾ ਗਿਆ ਔਰ ਦਰਬਾਰ ਸਾਹਿਬ ਔਰ ਹੋਰ ਧਾਰਮਿਕ ਸਥਾਨ ਜਿੱਥੇ ਕਿ ਲੋਕ ਬਾਹਰੋਂ ਆਪਣੀ ਸੇਵਾ ਕਰਨਾ ਚਾਹੁੰਦੇ ਸੀ ਉਹਦੇ 'ਤੇ ਪਾਬੰਦੀ ਸੀ, ਉਹ ਪਾਬੰਦੀ ਜਿਹੜੀ ਹੈ ਉਹ ਦੂਰ ਕੀਤੀ ਗਈ। ਔਰ ਕਿਸਾਨਾਂ ਲਈ ਸਭ ਤੋਂ ਵੱਡਾ ਸਵਾਮੀਨਾਥਨ ਕਮਿਸ਼ਨ ਦੀ ਜਿਹੜੀ ਡਿਮਾਂਡ ਸੀ, ਜਿਹੜੀ ਉਹਨਾਂ ਦਾ ਵਰਡਿਕਟ ਸੀ ਕਿ ਮਿਨੀਮਮ ਸਪੋਰਟ ਪ੍ਰਾਈਸ, ਉਹ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਸੀ ਉਹ ਪੰਜਾਬ ਦੇ ਵਿੱਚ ਲਾਗੂ, ਦੇਸ਼ ਦੇ ਵਿੱਚ ਲਾਗੂ ਕੀਤੀ ਕਿ ਮਿਨੀਮਮ ਸਪੋਰਟ ਪ੍ਰਾਈਸ ਦੇ ਉੱਤੇ ਦੁੱਗਣਾ ਤਿਗਣਾ ਕਰਤਾ ਉਹਨੂੰ ਔਰ ਉਹ ਅੱਜ ਕਿਸਾਨਾਂ ਨੂੰ ਉਹਦਾ ਲਾਭ ਮਿਲ ਰਿਹਾ। ਸੋ ਇਹ ਉਪਲਬਧੀਆਂ ਸਾਰੀਆਂ ਜਿਹੜੀਆਂ ਸੀ ਔਰ ਅੱਜ ਤੁਸੀਂ ਦੇਖੋ ਪੰਜਾਬ ਰੋ ਰਿਹਾ ਹੈ ਅਤੇ ਪੰਜਾਬ ਦੇ ਵਿੱਚ ਲੋਕਾਂ ਨੇ ਜਿਹੜੀ ਸਰਕਾਰ ਬਣਾਈ ਹੈ, ਅੱਜ ਘਰ ਘਰ ਲੁੱਟਾਂ ਹੋ ਰਹੀਆਂ, ਕਤਲ ਹੋ ਰਹੇ ਨੇ, ਅੱਜ ਆਤੰਕਵਾਦ ਸਿਰ ਚੁੱਕ ਰਿਹਾ, ਅੱਜ ਬੰਬ ਵਿਸਫੋਟ ਹੋ ਰਹੇ ਨੇ। ਸਰਕਾਰ ਆਪਣੇ ਵਾਅਦਿਆਂ 'ਚ ਫੇਲ ਹੋਈ, ਨਾ ਤਾਂ ਬਿਜਲੀ ਸਸਤੀ ਹੋਈ, ਨਾ 1000 ਰੁਪਇਆ ਜਿਹੜਾ ਮਾਤਾਵਾਂ ਭੈਣਾਂ ਨੂੰ ਮਿਲਣਾ ਸੀ ਉਹ ਮਿਲਿਆ, ਨਾ ਕੋਈ ਹੋਰ ਮੰਗ ਪੂਰੀ ਹੋਈ ਔਰ ਲੋਕ ਠੱਗੇ ਮਹਿਸੂਸ ਕਰ ਰਹੇ ਨੇ। ਸੋ ਮੈਂ ਸਮਝਦਾ ਵਾਂ ਕਿ ਮੋਦੀ ਸਾਹਿਬ ਦੇ 8 ਸਾਲ ਬੇਮਿਸਾਲ ਬੇਮਿਸਾਲ ਬੇਮਿਸਾਲ। ਧੰਨਵਾਦ। ਸ਼੍ਰੀ ਜੀ, ਸਰਕਾਰ ਦੇ 8 ਸਾਲ ਬੇਮਿਸਾਲ ਰਹੇ, ਠੀਕ ਹੈ, ਪੰਜਾਬ ਵਾਸਤੇ ਵੀ, ਦੇਸ਼ ਵਾਸਤੇ ਜੀ ਜੀ। ਲੇਕਿਨ ਕੀ ਗੱਲ ਹੈ ਕਿ ਉਹ ਬੇਮਿਸਾਲ ਜਿਹੜੇ 8 ਸਾਲ ਹੈ ਉਹਨਾਂ ਦਾ ਜਾਦੂ ਪੰਜਾਬ 'ਚ ਨਹੀਂ ਚੱਲਦਾ। ਐਸਾ ਜੀ ਕਿ ਇਹ ਡੈਮੋਕ੍ਰੈਟਿਕ ਸਿਸਟਮ ਹੈ। ਪੰਜਾਬ ਵਿੱਚ ਵੀ ਜਿਹੜੀ ਝੜੀ ਲੱਗ ਗਈ ਹੈ, ਹੁਣ ਤੁਸੀਂ ਤੁਹਾਡੇ ਸਾਹਮਣੇ ਹੀ ਹੈ ਕਿ ਹਰ ਪਾਰਟੀ ਦੇ ਨੇਤਾ ਜਿਹੜੇ ਕਿ ਪਾਰਟੀਆਂ ਤੋਂ ਰੁਸ਼ਟ ਹੋ ਚੁੱਕੇ ਨੇ, ਜਿਨ੍ਹਾਂ ਦਾ ਵਿਸ਼ਵਾਸ ਖਤਮ ਹੋ ਚੁੱਕਾ ਹੈ ਕਿ ਪਾਰਟੀਆਂ ਕਿਸੇ ਤਰ੍ਹਾਂ ਨਾਲ ਉਹਨਾਂ ਨੂੰ ਇੱਕ ਸੁਸ਼ਾਸਨ ਦੇ ਸਕਦੀਆਂ। ਭਾਰਤੀ ਜਨਤਾ ਪਾਰਟੀ ਦੇ ਵਿੱਚ ਆਉਣ ਲਈ ਝੜੀ ਲੱਗੀ ਹੋਈ ਹੈ ਲੋਕਾਂ ਦੀ। ਇਹ ਨਿਸ਼ਚਿਤ ਕਰਦਾ ਕਿ ਆਉਣ ਵਾਲੇ ਪੰਜਾਬ ਦਾ ਭਵਿੱਖ ਅੱਜ ਲਗਭਗ 17 ਪ੍ਰਦੇਸ਼ਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ। 70% ਭੂ ਭਾਗ ਜਿਹੜਾ ਹੈਗਾ ਉਹ ਭਾਰਤੀ ਜਨਤਾ ਪਾਰਟੀ ਸੇਵਾ ਕਰ ਰਹੀ ਹੈ। ਉੱਥੇ ਸ਼ਾਸਨ ਹੈ ਸਾਡਾ ਦੇਸ਼ ਦਾ 70% ਜਿਹੜਾ ਲੈਂਡ ਏਰੀਆ। ਸੋ ਉਸ ਦੇ ਨਾਲ ਹੀ ਇਹ ਸਟੈਪ ਬਾਈ ਸਟੈਪ ਚੱਲ ਰਿਹਾ ਹੈ। ਹੁਣ ਮੈਂ ਸਮਝਦਾ ਵਾਂ ਕਿ ਇਸ ਵੇਲੇ ਕੇਵਲ ਇੱਕੋ ਪਾਰਟੀ ਜਿਹੜੀ ਹੈ ਉਹਦੇ 'ਤੇ ਦੇਸ਼ ਨੂੰ ਵਿਸ਼ਵਾਸ ਹੈ ਤੇ ਉਹ ਭਾਰਤੀ ਜਨਤਾ ਪਾਰਟੀ। ਜੀ ਆਪਣਾ ਕੁਝ ਹੋਰ ਬੰਦੇ ਵੀ ਅਪਰੋਚ ਕਰ ਰਹੇ ਨੇ ਕਾਂਗਰਸ ਦੇ? ਮੈਂ ਕਹਿੰਦਾ ਜੀ ਹਰ ਵਰਗ ਤੋਂ, ਕਾਂਗਰਸ ਹੀ ਤੁਸੀਂ ਨਾਂ ਨਹੀਂ ਲਿਆ, ਹਰ ਵਰਗ, ਚਾਹੇ ਵਪਾਰੀ ਵਰਗ ਹੋਏ, ਚਾਹੇ ਉਦਯੋਗਿਕ ਵਰਗ ਹੋਏ, ਚਾਹੇ ਪੋਲੀਟੀਕਲ ਪਾਰਟੀ ਹੋਣ, ਹਰ ਵਿਅਕਤੀ ਚਾਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਸੱਚੀ ਸੁੱਚੀ ਪਾਰਟੀ ਹੈ। ਭਾਰਤੀ ਜਨਤਾ ਪਾਰਟੀ ਰਾਸ਼ਟਰ ਭਗਤ ਪਾਰਟੀ ਹੈ। ਸੋ ਸੇਵਾ ਦਾ ਮਾਧਿਅਮ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੂੰ ਬਣਾਇਆ ਜਾਏ ਔਰ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਕੇ ਭਾਰਤੀ ਜਨਤਾ ਪਾਰਟੀ 'ਚ
ਦੇਸ਼ ਦੀ ਸੇਵਾ ਕੀਤੀ ਜਾਏ। ਪੰਜਾਬ ਕਾਂਗਰਸ ਦੇ ਪ੍ਰਧਾਨ ਇੱਕ ਇੱਕ ਕਰਕੇ ਬੋਲੋ। ਰਾਜਾ ਵੜਿੰਗ ਉਹ ਕਹਿ ਰਹੇ ਨੇ ਕਿ ਈਡੀ ਤੋਂ ਡਰਦੇ ਹੋਏ ਲੋਕ ਬੀਜੇਪੀ 'ਚ ਸ਼ਾਮਿਲ ਹੋ। ਨਹੀਂ ਚਲੋ ਖਿਸਿਆਨੀ ਬਿੱਲੀ ਖੰਭਾਂ ਨੋਚੇ, ਮੈਂ ਤਾਂ ਇਹੀ ਕਹਾਂਗਾ ਖਿਸਿਆਨੀ ਬਿੱਲੀ ਖੰਭਾਂ ਨੋਚੇ। ਲੋਕ ਉਹਨਾਂ ਦੇ ਆ ਰਹੇ ਨੇ, ਸਾਡੇ ਥੋੜ੍ਹਾ ਜਾ ਰਹੇ ਨੇ। ਕਿਹੜੀ ਈਡੀ? ਕੋਈ ਈਡੀ ਨਹੀਂ ਹੈ। ਇਹ ਉਹ ਆਪਣਾ ਮਨ ਬਦਲਿਆ, ਉਹਨਾਂ ਨੂੰ ਕਾਂਗਰਸ ਦੀ ਵਿਸ਼ਵਾਸ ਹੀ ਨਹੀਂ ਰਿਹਾ। ਕਾਂਗਰਸ ਪਰਿਵਾਰਵਾਦ ਦੀ ਪਾਰਟੀ ਰਹਿ ਗਈ ਹੈ। ਕਾਂਗਰਸ ਦਾ ਪ੍ਰਧਾਨ ਜਿਹੜੇ ਕਿ ਹੁਣ ਚਲੋ ਜੇਲ੍ਹ ਵਿੱਚ ਨੇ, ਉਹ ਆਪਣੀ ਪਾਰਟੀ ਨੂੰ ਕਹਿੰਦੇ ਰਹੇ ਕਿ ਝੂਠੀ ਪਾਰਟੀ ਹੈ। ਇਹ ਪਹਿਲੀ ਵਾਰੀ ਹੋਇਆ ਕਿ ਕਾਂਗਰਸ ਦਾ ਸਿਟਿੰਗ ਪ੍ਰੈਜ਼ੀਡੈਂਟ ਆਪਣੇ ਚੀਫ ਮਿਨਿਸਟਰ ਨੂੰ ਕਹਿ ਰਿਹਾ ਸੀ ਕਿ ਜੋ ਘੋਸ਼ਣਾਵਾਂ ਚੰਨੀ ਕਰ ਰਿਹਾ ਹੈ ਇਹ ਗਲਤ ਹੈਗੀ ਹੈ। ਸਰ ਸਾਧੂ ਸਿੰਘ ਧਰਮਸੋਤ ਦੇ ਉੱਤੇ ਅੱਜ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ। ਜੰਗਲਾਤ ਮਹਿਕਮੇ ਦੇ ਵਿੱਚ ਉਹਨਾਂ ਨੇ ਘਪਲਾ ਕੀਤਾ ਹੈ ਤੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਬੀਜੇਪੀ 'ਚ ਗਏ ਨੇ ਉਹਨਾਂ ਦੀ ਵੀ ਇਨਕੁਆਇਰੀ ਹੋਊਗੀ, ਜਿਹੜੇ ਦੂਜੇ ਕਾਂਗਰਸੀ ਹੈਗੇ ਨੇ ਜਿਹਨੇ ਪੰਜਾਬ ਸਰਕਾਰ 'ਚ ਰਹੇ ਨੇ ਉਹਨਾਂ ਦੀ ਵੀ ਇਨਕੁਆਇਰੀ। ਨਹੀਂ, ਮੈਂ ਸਮਝਦਾ ਵਾ ਜੀ ਕਿ ਇਹ ਅੱਛਾ ਇੱਕ ਸਾਫ ਸਵੱਛ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਹੋਣਾ ਚਾਹੀਦਾ ਹੈ, ਪਰ ਉਹ ਉਮੀਦ ਨਜ਼ਰ ਨਹੀਂ ਆ ਰਹੀ ਕਿਉਂਕਿ ਜਿਹੜਾ ਪ੍ਰਸ਼ਾਸਨ ਹੈ ਉਹ ਤਾਂ ਦਿੱਲੀ ਤੋਂ ਚੱਲ ਰਿਹਾ ਹੈ। ਪੰਜਾਬ ਵਿੱਚ ਤਾਂ ਇਸ ਵੇਲੇ ਸਰਕਾਰ ਹੈ ਹੀ ਨਹੀਂ, ਦਿੱਲੀ ਸਰਕਾਰ ਪੰਜਾਬ ਨੂੰ ਚਲਾ ਰਹੀ ਹੈ। ਸਰ ਕਾਂਗਰਸ ਕਹਿੰਦੀ ਹੈ ਕਿ ਆਮ ਆਦਮੀ ਸਤਿੰਦਰ ਜੈਨ ਤੇ ਫਰਜ਼ੀ ਕੇਸ ਕੀਤਾ ਮਤਲਬ ਕਦੇ ਬੀਜੇਪੀ ਦੇ ਨਾਮ ਤੇ ਹੋਇਆ। ਬਿਲਕੁਲ ਐਸੀ ਕੋਈ ਗੱਲ ਨਹੀਂ ਹੈਗੀ। ਇਹ ਇਕੱਲਾ ਸਤਿੰਦਰ ਜੈਨ ਨਹੀਂ ਹੈਗਾ, ਅੱਧਾ ਮੰਤਰੀ ਮੰਡਲ ਕੇਜਰੀਵਾਲ ਦਾ ਔਰ ਅੱਧੇ ਐਮਐਲਏ ਜਿਹੜੇ ਨੇ ਉਹਨਾਂ 'ਤੇ ਜਿਹੜੇ ਗੰਭੀਰ ਅਪਰਾਧਾਂ ਦੇ ਕੇਸ ਚੱਲ ਰਹੇ ਨੇ, ਭ੍ਰਿਸ਼ਟਾਚਾਰ ਦੇ ਕੇਸ ਚੱਲ ਰਹੇ ਨੇ। ਇਕੱਲਾ ਸਤਿੰਦਰ ਜੈਨ ਨਹੀਂ, ਸਤਿੰਦਰ ਜੈਨ ਤੇ ਉਹ ਕੜੀ ਦੇ ਵਿੱਚ ਲੰਬੀ ਲਿਸਟ ਦੇ ਵਿੱਚ ਹੁਣ ਨਵਾਂ ਨਾਂ ਜੁੜਿਆ ਹੈ। ਨਹੀਂ, ਜਿਹੜਾ ਗਲਤ ਕਰੇਗਾ ਉਹਨੂੰ ਅੰਦਰ ਹੋਣਾ ਚਾਹੀਦਾ। ਭਾਰਤੀ ਜਨਤਾ ਪਾਰਟੀ ਦੀ ਤਾਂ ਸੋਚ ਹੈ, ਕਿਸੇ ਭਾਰਤੀ ਜਨਤਾ ਪਾਰਟੀ ਦੀ ਸੋਚ ਹੈ, ਕਿਸੇ ਵੀ ਪੋਲੀਟੀਕਲ ਪਾਰਟੀ ਹੋਏ, ਚਾਹੇ ਕੋਈ ਸਮਾਜਿਕ ਹੋਏ, ਚਾਹੇ ਕੋਈ ਧਾਰਮਿਕ ਹੋਏ, ਚਾਹੇ ਕੋਈ ਸੰਪਰਦਾਇਕ ਹੋਏ, ਕੋਈ ਹੋਏ, ਕੋਈ ਵਰਗ ਹੋਏ, ਜੇ ਕੋਈ ਗਲਤ ਕੰਮ ਕਰਦਾ ਹੈਗਾ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ। ਮੇਨ ਜਿਹੜੇ ਹਸਪੀਟਲਸ ਨੇ ਉਹ ਸਰ ਦੇ ਆਰ ਨਾਟ ਐਫੀਲੀਏਟਡ ਵਿਦ ਆਯੁਸ਼ਮਾਨ ਭਾਰਤ। ਨਹੀਂ, ਦੇ ਮੈਨੀ ਹਸਪੀਟਲਸ ਆਰ ਐਫੀਲੀਏਟਡ ਵਿਦ ਦਾ ਆਯੁਸ਼ਮਾਨ ਭਾਰਤ। ਜਿਹੜੇ 3.2 ਕਰੋੜ ਲੋਕਾਂ ਨੂੰ ਲਾਭ ਮਿਲਿਆ ਜੀ, ਹਸਪੀਟਲ 'ਚ ਹੀ ਮਿਲਿਆ। ਮੈਂ ਤਾਂ ਫਿਗਰਾਂ ਦੇਖੋ, ਜਿਹੜਾ ਤੁਹਾਨੂੰ ਖਾਕਾ ਦਿੱਤਾ ਹੈ, ਇਹ ਖਾਕਾ ਮੈਂ ਤਾਂ ਕੁਝ ਫਿਗਰਾਂ ਬੋਲੀਆਂ, ਹੁਣ ਜੇ ਮੈਂ ਬੋਲਣ ਲੱਗ ਪੈਂਦਾ ਤਾਂ ਤੁਸੀਂ ਕਹਿਣਾ ਸੀ ਜੀ ਇਹ ਪ੍ਰੈਸ ਕਾਨਫਰੰਸ 'ਤੇ 4 ਘੰਟੇ ਹੋ ਗਏ ਚੱਲਦੀ ਜਾ ਰਹੀ ਹੈ। ਜੇ ਮੈਂ ਪੜ੍ਹਨਾ ਸ਼ੁਰੂ ਕਰ ਦਿੰਦਾ, ਇਸ ਕਰਕੇ ਮੈਂ ਲਿਖਤ ਰੂਪ ਵੀ ਤੁਹਾਨੂੰ ਦੇ ਦਿੱਤਾ ਹੈ। ਅਸੀਂ ਬੋਲਦੇ ਨਹੀਂ, ਆંકੜੇ ਬੋਲਦੇ ਨੇ। 3.2 ਮੇਰੀ ਬ੍ਰਦਰ ਮੇਰੀ ਗੱਲ ਸੁਣ ਲਓ, 3.2 ਕਰੋੜ ਲੋਕਾਂ ਨੂੰ ਜੇ ਇਲਾਜ ਮਿਲਿਆ ਹੈ ਤਾਂ ਹਸਪਤਾਲਾਂ 'ਚੋਂ ਹੀ ਮਿਲਿਆ। ਸਰ ਆਮ ਆਦਮੀ ਦਾ ਹਾਲ ਖਰਾਬ ਹੈ। ਗਿਆਨੀ ਹਰਪ੍ਰੀਤ ਜੀ ਨੇ ਕੱਲ੍ਹ ਅਕਾਲ ਤਖ਼ਤ ਤੱਕ ਬਿਆਨ ਦਿੱਤਾ ਹੈ ਕਿ ਜਿੰਨੇ ਵੀ ਸਿੱਖ ਕੌਮ ਦੇ ਲੋਕ ਨੇ ਉਹਨਾਂ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਲੈਣੀ ਚਾਹੀਦੀ ਤੇ ਦੇਣੀ ਚਾਹੀਦੀ। ਨਹੀਂ, ਮੈਂ ਔਰ ਮਾਡਲ ਤਿਆਰ ਰੱਖਣ ਦੀ ਐਸਾ ਹੈ ਕਿ ਇਹਦੇ ਬਾਰੇ ਤਾਂ ਗਿਆਨੀ ਹਰਪ੍ਰੀਤ ਸਿੰਘ ਦੱਸ ਸਕਦੇ ਨੇ। ਭਾਰਤੀ ਜਨਤਾ ਪਾਰਟੀ ਇੱਕ ਸ਼ਾਂਤੀ ਪ੍ਰਿਯ ਇੱਕ ਜਿਹੜਾ ਮਾਹੌਲ ਹੈ ਉਹਦੀ ਸਮਰਥਕ ਰਹੀ ਹੈ ਤਾਂ ਕਿ ਲੋਕ ਨਹੀਂ, ਮੈਂ ਸਮਝਣਾ ਕਿ ਹਥਿਆਰਾਂ ਦੇ ਨਾਲ ਕਦੀ ਵੀ ਮਾਹੌਲ ਠੀਕ ਨਹੀਂ ਹੋਇਆ ਕਰਦਾ। ਸਰ ਅਕਾਲੀ ਦਲ ਦੇ ਦਰਬਾਰ ਸਾਹਿਬ ਦੇ ਵਿੱਚ ਖਾਲਿਸਤਾਨੀ ਨਾਰੇ ਲੱਗੇ ਹੈ, ਉਸ ਬਾਰੇ ਭਾਜਪਾ ਦਾ ਕੀ ਸਟੈਂਡ? ਭਾਜਪਾ ਦਾ ਸਟੈਂਡ ਹਮੇਸ਼ਾ ਹੀ ਖਾਲਿਸਤਾਨ ਦੇ ਖਿਲਾਫ ਰਿਹਾ ਜੀ। ਇਹ ਪਹਿਲੇ ਦਿਨ ਤੋਂ ਹੀ ਪ੍ਰਿਥਕਤਾਵਾਦੀ ਕੋਈ ਵੀ ਜਿਹੜੀ ਮੰਗ ਹੈ ਉਹਦੇ ਖਿਲਾਫ ਭਾਰਤੀ ਜਨਤਾ ਪਾਰਟੀ ਚਟਾਨ ਦੀ ਤਰ੍ਹਾਂ ਖੜੀ ਹੈ। ਸਰ ਰਾਜੋਆਣਾ ਦੀ ਭੈਣ ਨੂੰ ਜਿਹੜੀ ਟਿਕਟ ਦਿੱਤੀ ਗਈ ਹੈ, ਅਕਾਲੀ ਦਲ ਕਹਿ ਰਿਹਾ ਕਿ ਬੰਦੀ ਸਿੰਘ ਰਿਹਾਈ ਮੋਰਚਾ ਬਹੁਤ ਵੱਡਾ 550 ਸਾਲਾਂ ਦੇ ਭਾਜਪਾ ਨੇ ਵਾਅਦਾ ਕੀਤਾ ਸੀ ਪਰ ਉਹ ਪੂਰਾ ਨਹੀਂ ਹੋਇਆ, ਇਸ ਕਰਕੇ ਅਸੀਂ ਇਕੱਠੇ ਹੋ ਰਹੇ ਹਾਂ। ਐਸਾ ਹੈ ਜੀ ਕਿ ਹੁਣ ਫਿਰ ਮੈਂ ਉਹੀ ਲਫ਼ਜ਼ ਕਹਾਂਗਾ, ਖਿਸਿਆਨੀ ਬਿੱਲੀ ਖੰਭਾਂ ਨੋਚੇ। ਅਕਾਲੀ ਦਲ ਨੂੰ ਉਹਦੀ ਜਗ੍ਹਾ ਪਤਾ ਲੱਗ ਚੁੱਕੀ ਹੈ। ਅੱਜ ਅਕਾਲੀ ਦਲ ਕਿੱਥੋਂ ਕਿੱਥੇ ਪਹੁੰਚ ਗਿਆ। ਅੱਜ 3 ਐਮਐਲਏ ਰਹਿ ਗਏ ਨੇ ਉਹਨਾਂ ਦੇ। ਸੋ ਅਕਾਲੀ ਦਲ ਨੂੰ ਚਿੰਤਨ ਵੀ ਕਰਨਾ ਚਾਹੀਦਾ ਹੈ, ਚਿੰਤਾ ਵੀ ਕਰਨੀ ਚਾਹੀਦੀ। ਆਮ ਆਦਮੀ ਪਾਰਟੀ ਜਿਹੜੀ ਆ ਉਹ ਫੈਸਲੇ ਆਪਣੇ ਲੈਣ ਤੋਂ ਪਹਿਲਾਂ ਵਾਪਸ ਲੈ ਲੈਂਦੀ ਆ, ਫੈਸਲੇ ਲੈਣ ਤੋਂ ਆਮ ਆਦਮੀ ਪਾਰਟੀ ਦੇ ਫੈਸਲੇ ਕਈ ਜਗ੍ਹਾ ਤੋਂ ਹੁੰਦੇ ਨੇ ਕਿ ਉਹ ਫੈਸਲਾ ਪਹਿਲੇ ਪੰਜਾਬ 'ਚੋਂ ਨਿਕਲਦਾ ਜਾ ਕੇ ਦਿੱਲੀ ਦੀ ਟੇਬਲ 'ਤੇ ਹੁੰਦਾ। ਦਿੱਲੀ ਨੂੰ ਕੀ ਪਤਾ ਪੰਜਾਬ ਕੀ ਹੈ। ਇਹ ਪਹਿਲੀ ਸਰਕਾਰ ਹੈ ਜਿਹਦੇ ਫੈਸਲੇ ਦਿੱਲੀ 'ਚੋਂ ਹੋ ਰਹੇ ਨੇ, ਨਹੀਂ ਤਾਂ ਹਮੇਸ਼ਾ ਸਰਕਾਰਾਂ ਭਾਵੇਂ ਕਿਸੇ ਪਾਰਟੀ ਦੀ ਰਹੀਆਂ, ਪੰਜਾਬ ਦੀਆਂ ਰਹੀਆਂ। ਇਹ ਪਹਿਲੀ ਸਰਕਾਰ ਹੈ ਜਿਹੜੀ ਦਿੱਲੀ ਦੀ ਰਹੀ। ਧੰਨਵਾਦ। ਬਾਕੀ ਸਾਰਾ ਬਾਕੀ ਐਸਾ ਹੈ ਕਿ 8 ਸਾਲ ਅੱਜ ਦਾ ਸਾਡਾ ਮੁੱਦਾ ਜਿਹੜਾ ਹੈ ਉਹ 8 ਵਰਸ਼ ਮੋਦੀ ਸਾਹਿਬ ਦੇ ਬੇਮਿਸਾਲ ਹੈ। ਸੋ ਮੈਂ ਸਮਝਦਾ ਵਾਂ ਕਿ ਤੁਸੀਂ ਇਹਨੂੰ ਐਪਰੀਸ਼ੀਏਟ ਕਰੋਗੇ ਕਿ ਅੱਜ ਦੁਨੀਆ ਦੇ ਵਿੱਚ ਜੋ ਸਾਖ ਮੋਦੀ ਹੋ ਗਿਆ ਹੈ ਕਿ ਅੱਜ ਅਮਰੀਕਾ ਲੈ ਲਓ, ਰਸ਼ੀਆ ਲੈ ਲਓ, ਯੂਰੋਪੀਅਨ ਯੂਨੀਅਨ ਲੈ ਲਓ, ਮਿਡਲ ਈਸਟ ਲੈ ਲਓ, ਸਾਰੇ ਪਾਸੇ ਮੋਦੀ ਹੋ ਰਿਹਾ। ਔਰ ਮੋਦੀ ਜੀ ਅੱਜ ਦੁਨੀਆ ਦੇ ਇਹ ਆંકੜੇ ਬੋਲ ਰਹੇ ਨੇ, ਇਹ ਵੀ ਆંકੜੇ ਬੋਲ ਰਹੇ ਨੇ, ਇਹ ਮੈਂ ਨਹੀਂ ਕਹਿ ਰਿਹਾ। ਸਭ ਤੋਂ ਲੋਕਪ੍ਰਿਯ ਨੇਤਾ ਹੋ ਕੇ ਉੱਭਰੇ ਨੇ। ਸੋ ਸਾਨੂੰ ਅੱਜ ਮੋਦੀ ਜੀ ਦੀ ਪਿੱਠ 'ਤੇ ਹੱਥ ਰੱਖਣਾ ਚਾਹੀਦਾ ਔਰ ਸਵਾਭਿਮਾਨ ਦੇ ਨਾਲ, ਗੌਰਵ ਦੇ ਨਾਲ
ਇਹ 8 ਸਾਲ ਦਾ ਇੱਕ ਮਹੋਤਸਵ ਜਿਹੜਾ ਹੈ ਉਹ ਮਨਾਉਣਾ ਚਾਹੀਦਾ ਹੈ। ਜਿੱਦਾਂ ਅਸੀਂ ਆਜ਼ਾਦੀ ਦਾ 75 ਸਾਲਾ ਆਨੰਦ ਮਹੋਤਸਵ ਮਨਾ ਰਹੇ ਹਾਂ, ਉਸ ਤਰ੍ਹਾਂ ਹੀ ਮੋਦੀ ਜੀ ਦੀ ਸਰਕਾਰ ਦੇ ਇਹ ਬੇਮਿਸਾਲ ਕੰਮਾਂ ਦਾ ਮਹੋਤਸਵ ਵੀ ਜਿਹੜਾ ਹੈ ਉਹ ਸਾਰੇ ਦੇਸ਼ ਵਾਸੀਆਂ ਨੂੰ ਰਾਜਨੀਤੀ ਤੋਂ, ਧਰਮ ਤੋਂ, ਸੰਪਰਦਾਇ ਤੋਂ, ਜਾਤੀ ਤੋਂ ਉੱਪਰ ਉੱਠ ਕੇ ਮਨਾਉਣਾ ਚਾਹੀਦਾ। ਸਰ ਰਾਹੁਲ ਗਾਂਧੀ ਅੱਜ ਆਏ ਹੋਏ ਨੇ ਪੰਜਾਬ ਸਰ, ਇਹਦੇ ਉੱਤੇ ਕੀ ਕਹੋਗੇ? ਮੈਂ ਕਹਿੰਦਾ ਜੀ ਰਾਹੁਲ ਗਾਂਧੀ ਨੂੰ ਮੈਂ ਸਮਝਦਾ ਹੀ ਕੁਝ ਨਹੀਂ, ਰਾਹੁਲ ਗਾਂਧੀ ਦੀ ਫੋਲੋਇੰਗ ਹੀ ਕੁਝ ਨਹੀਂ ਹੈ। ਰਾਹੁਲ ਗਾਂਧੀ ਕੋਈ ਗੱਲ ਕਰਨ ਦੇ ਕਾਬਿਲ ਨੇਤਾ ਨਹੀਂ। ਦਿੱਲੀ ਚੋਣ ਨੂੰ ਲੈ ਕੇ ਕੀ ਤੁਹਾਡਾ ਖਿਆਲ ਹੈ? ਜਿੱਤੂਗੀ ਬੀਜੇਪੀ?